ਬੀਜੇਪੀ ਦੀ ਸਪੋਕਸਪਰਸਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਅਪਸ਼ਬਦਾਂ ਦੀ ਵਰਤੋਂ ਦਾ ਮਾਮਲਾ ਜਿੱਥੇ ਕੌਮਾਂਤਰੀ ਪੱਧਰ ਤੇ ਭਾਰਤ ਦੀ ਕਿਰਕਿਰੀ ਕਰਵਾ ਰਿਹਾ, ਉੱਥੇ ਦੂਜੇ ਪਾਸੇ ਬੀਜੇਪੀ ਧਰਮ ਸੰਕਟ ਵਿੱਚ ਫਸ ਚੁੱਕੀ ਹੈ। ਇਸ ਤਰ੍ਹਾਂ ਦੇ ਮਸਲੇ ਬੀਜੇਪੀ ਦੇ ਸਿਆਸੀ ਏਜੰਡੇ ਉੱਪਰ ਸਟੀਕ ਬੈਠਦੇ ਨੇ, ਪਰ ਹਾਲਾਤ ਇਹ ਹੋਈ ਪਈ ਹੈ ਕਿ ਦੋ ਦਰਜਮਾਨ ਪਾਰਟੀਆਂ ਵਿੱਚੋਂ ਬਾਹਰ ਕਰਨੇ ਪਏ ਨੇ। ਉਲਟਾ ਬਾਕੀ ਬੁਲਾਰਿਆਂ ਨੂੰ ਵੀ ਟੀਵੀ ਡਿਬੇਟ ਵਿੱਚ ਧਾਰਮਿਕ ਮਸਲਿਆਂ ਉੱਪਰ ਬੋਝ ਕੇ ਬੋਲਣ ਦੀ ਐਡਵਾਈਜ਼ਰੀ ਪਾਰਟੀ ਨੂੰ ਜਾਰੀ ਕਰਨੀ ਪਈ ਹੈ। ਤਾਂ ਉਧਰ ਭਾਰਤ ਦੇ ਉਦਾਰਵਾਦੀ ਖਾੜੀ ਅਰਬ ਦੇਸ਼ਾਂ ਦੇ ਵਿਦੇਸ਼ੀ ਦਫ਼ਤਰਾਂ ਅਤੇ ਖਾੜੀ ਸਹਿਯੋਗ ਕੌਂਸਲ, ਇਸਲਾਮਿਕ ਸਹਿਯੋਗ ਸੰਗਠਨ ਜਾਂ ਕਾਹਿਰਾ ਵਿੱਚ ਅਲ ਅਜ਼ਹਰ ਯੂਨੀਵਰਸਿਟੀ ਦੁਆਰਾ ਦਿੱਤੇ ਗਏ ਸਖਤ ਵਿਰੋਧ ਬਿਆਨ ਤੋਂ ਬਹੁਤੇ ਸੰਤੁਸ਼ਟ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਪਿੱਛੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਜੇ ਕੁਝ ਵੀ ਹੈ, ਅਰਬ ਸਰਕਾਰਾਂ ਦੇ ਵਿਰੋਧ ਨੇ ਭਾਰਤੀ ਉਦਾਰਵਾਦੀਆਂ ਦੇ ਕੇਸ ਨੂੰ ਕਮਜ਼ੋਰ ਕੀਤਾ ਹੈ। ਦ ਕੁਇੰਟ ਵਿੱਚ ਛਪੇ ਇੱਕ ਆਰਟੀਕਲ ਦੇ ਲੇਖਕ ਪਰਸਾ ਵੈਂਕਟੇਸ਼ਵਰ ਰਾਓ ਮੁਤਾਬਕ ਸਮਰਥਨ ਅਤੇ ਏਕਤਾ ਦੇ ਇਸ ਅਣਚਾਹੇ ਪ੍ਰਗਟਾਵੇ ਕਾਰਨ ਭਾਰਤੀ ਮੁਸਲਮਾਨ ਵੀ ਅਜੀਬ ਸਥਿਤੀ ਵਿੱਚ ਨੇ ਤਾਂ ਭਾਰਤੀ ਲਿਬਰਲ ਵੀ ਦੋ ਚਿੱਤੀ ਸਥਿਤੀ ਵਿੱਚ ਨੇ। ਹਿੰਦੂਤਵ ਵਿਚਾਰਧਾਰਾ ਵਿਰੁੱਧ ਲੜਾਈ, ਜਿਸ ਹਿੰਦੂਤਵ ਨੂੰ ਭਾਜਪਾ ਖੁੱਲ੍ਹ ਕੇ ਪ੍ਰਚਾਰਦੀ ਹੈ, ਅੱਗੇ ਵਧਾਇਆ ਜਾ ਰਿਹਾ ਹੈ, ਨੂੰ ਅਰਬ ਰਾਜਨੀਤਿਕਾਂ ਦੇ ਸਮਰਥਨ ਦੁਆਰਾ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਜਿੱਥੇ ਉਦਾਰਵਾਦੀ ਆਜ਼ਾਦੀਆਂ ਨੂੰ ਝੰਜੋੜਿਆ ਜਾ ਰਿਹਾ ਹੈ। ਭਾਰਤੀ ਉਦਾਰਵਾਦੀ ਦੀ ਉਦਾਰ ਅਰਬ ਸਰਕਾਰਾਂ ਦੁਆਰਾ ਦਰਜ ਕੀਤੀ ਗਈ ਨਿੰਦਾ ਦਾ ਹਵਾਲਾ ਨਹੀਂ ਦੇ ਸਕਦੇ ਕਿ ਮੋਦੀ ਸਰਕਾਰ ਅਤੇ ਭਾਜਪਾ ਦੀ ਅਣਸਹਿਣਸ਼ੀਲਤਾ ਅਸਵੀਕਾਰਨਯੋਗ ਹੈ। ਉਦਾਰਵਾਦੀ ਸੁਤੰਤਰਤਾ ਦੀ ਆਦਰਸ਼ ਸਥਿਤੀ ਵਿੱਚ ਪੈਗੰਬਰ ਮੁਹੰਮਦ ਦੇ ਖਿਲਾਫ ਦਿੱਤੇ ਗਏ ਬਿਆਨ ਨੂੰ ਅਪਰਾਧ ਨਹੀਂ ਬਣਾਇਆ ਜਾ ਸਕਦਾ, ਭਾਵੇਂ ਇਹ ਕਿੰਨੀ ਵੀ ਨਿਰਾਸ਼ਜਨਕ ਕਿਉਂ ਨਾ ਹੋਵੇ। ਇਸੇ ਆਧਾਰ ਤੇ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਕਿਸੇ ਵੀ ਬਿਆਨ ਨੂੰ ਅਪਰਾਧ ਸਾਬਿਤ ਨਹੀਂ ਕੀਤਾ ਜਾ ਸਕਦਾ। ਇਹ ਨਿਯਮ ਦੂਜੇ ਧਰਮਾਂ ਲਈ ਵੀ ਚੰਗਾ ਹੈ, ਜਿਵੇਂ ਕਿ ਸਿੱਖ ਧਰਮ ਅਤੇ ਈਸਾਈਅਤ, ਪਰ ਜ਼ਮੀਨੀ ਸਥਿਤੀ ਇਹ ਮੰਗ ਕਰਦੀ ਹੈ ਕਿ ਜਨਤਕ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਇੱਕ ਦੂਜੇ ਦੇ ਮੂਲ ਧਾਰਮਿਕ ਵਿਸ਼ਵਾਸਾਂ ਬਾਰੇ ਇਹਨਾਂ ਬਿਆਨਾਂ ਨੂੰ ਸੀਮਤ ਅਤੇ ਸਜ਼ਾ ਦਿੱਤੀ ਜਾਵੇ। ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਕਿ ਅਸੀਂ ਅਜੇ ਇੱਕ ਪਰਿਪੱਕ ਲੋਕਤੰਤਰ ਨਹੀਂ ਹਾਂ ਅਤੇ ਅਸੀਂ ਪੂਰੀ ਆਜ਼ਾਦੀ ਬਰਦਾਸ਼ਤ ਨਹੀਂ ਕਰ ਸਕਦੇ। ਭਾਰਤ ਵਿੱਚ ਹਰ ਇੱਕ ਧਾਰਮਿਕ ਸਮੂਹ ਵਿੱਚ ਕੱਟੜਪੰਥੀ ਦੂਜੇ ਧਾਰਮਿਕ ਸਮੂਹਾਂ ਤੇ ਜ਼ੁਬਾਨੀ ਅਤੇ ਕਿਸੇ ਹੋਰ ਤਰੀਕੇ ਨਾਲ ਹਮਲਾ ਕਰਨਾ ਚਾਹ ਸਕਦੇ ਨੇ, ਪਰ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਆਪਣੇ ਧਾਰਮਿਕ ਚਿੰਨ੍ਹ ਮਹਿਫੂਜ਼ ਰਹਿਣ। ਬੇਸ਼ੱਕ ਅਕਸਰ ਅਸੀਂ ਧਾਰਮਿਕ ਰੂੜੀਵਾਦੀਆਂ ਨੂੰ ਇਹ ਦਲੀਲ ਦਿੰਦੇ ਹੋਏ ਪਾਉਂਦੇ ਹਾਂ ਕਿ ਉਹ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਤੇ ਹਮਲਾ ਨਹੀਂ ਕਰਨਗੇ ਅਤੇ ਉਹ ਨਹੀਂ ਚਾਹੁੰਦੇ ਕਿ ਆਪਣੇ ਆਪ ਤੇ ਹਮਲਾ ਕੀਤਾ ਜਾਵੇ। ਇਸ ਨੂੰ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਵਿੱਚ ਇੱਕ ਬੇਚੈਨੀ ਸਮਝਿਆ ਜਾ ਸਕਦਾ ਹੈ। ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਪ੍ਰਤੀ ਉਹਨਾਂ ਦੀ ਸੰਵੇਦਨਸ਼ੀਲਤਾ ਲਈ ਮੁਸਲਮਾਨਾਂ ਤੇ ਉਂਗਲ ਉਠਾਉਣਾ ਆਸਾਨ ਹੈ, ਪਰ ਭਾਰਤ ਅਤੇ ਵਿਦੇਸ਼ਾਂ ਦੇ ਸ਼ਰਧਾਲੂ ਹਿੰਦੂਆਂ ਨੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਪ੍ਰਤੀ ਉਨੀ ਹੀ ਸੰਵੇਦਨਸ਼ੀਲਤਾ ਦਿਖਾਈ ਹੈ। ਆਮ ਮੁਸਲਮਾਨ ਵੱਡੇ ਪੱਧਰ ਤੇ ਦੂਜੇ ਧਰਮਾਂ ਦੇ ਪ੍ਰਤੀ ਸਤਿਕਾਰ ਕਰਦੇ ਨੇ, ਜਿਨ੍ਹਾਂ ਵਿੱਚ ਯਹੂਦੀਆਂ ਅਤੇ ਈਸਾਈਆਂ ਦੇ ਭੈਣ ਭਰਾਵਾਂ ਦੇ ਨਾਲ-ਨਾਲ ਹਿੰਦੂਆਂ, ਜੈਨੀਆਂ ਅਤੇ ਬੋਧੀਆਂ ਦੇ ਵੀ ਸ਼ਾਮਲ ਨੇ, ਜੋ ਪੂਰੀ ਤਰ੍ਹਾਂ ਵੱਖ-ਵੱਖ ਧਰਮਾਂ ਦੇ ਪਰਿਵਾਰਾਂ ਤੋਂ ਨੇ। ਇੱਥੇ ਕੋਈ ਇੱਕ ਸਮੂਹ ਨਹੀਂ ਹੈ ਜਿਸ ਦੀ ਵਿਸ਼ੇਸ਼ ਤੌਰ ਤੇ ਮੁਸਲਮਾਨ ਵਜੋਂ ਪਛਾਣ ਕੀਤੀ ਜਾ ਸਕਦੀ ਹੈ। ਇੱਥੇ ਅਰਬ, ਇਰਾਨੀ, ਤੁਰਕ, ਅਫਗਾਨ, ਬਰਬਰ, ਉੱਤਰੀ ਅਫਰੀਕੀ ਆਦਿ ਨੇ। ਆਰਥੋਡਾਕਸ ਇਸਲਾਮ, ਕੁਰਾਨ ਅਤੇ ਪੈਗੰਬਰ ਦੇ ਕਹੇ ਅਨੁਸਾਰ ਇਹ ਕਹਿੰਦਾ ਹੈ ਕਿ ਕੋਈ ਵੀ ਧਰਮ ਜਾਂ ਕੋਈ ਵੀ ਰੱਬ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਮੂਰਤੀ ਪੂਜਾ ਦਾ ਸੰਕਲਪ ਅਰਬ ਅਤੇ ਕਾਬਾ ਤੱਕ ਸੀਮਤ ਸੀ। ਇਸ ਲਈ ਮੁਸਲਮਾਨਾਂ ਦੇ ਅਭਿਆਸ ਵੱਖੋ ਵੱਖਰੇ ਨੇ, ਕਿਉਂਕਿ ਉਹਨਾਂ ਦੀਆਂ ਫੌਜਾਂ 632 ਤੋਂ ਪਹਿਲੀ ਸਦੀ ਵਿੱਚ ਫੈਲ ਗਈਆਂ ਸਨ, ਜਦੋਂ ਪੈਗੰਬਰ ਦੇ ਦੇਹਾਂਤ ਹੋ ਗਿਆ ਸੀ, ਅਤੇ 732 ਜਦੋਂ ਅਰਬ ਫੌਜਾਂ ਪੱਛਮ ਵਿੱਚ ਸਪੇਨ ਅਤੇ ਪੂਰਬ ਵਿੱਚ ਸਿੰਧ ਪਹੁੰਚੀਆਂ ਸਨ। ਦ ਕੁਇੰਟ ਵਿੱਚ ਛਪੇ ਇਸ ਆਰਟੀਕਲ ਦੇ ਲੇਖਕ ਮੁਤਾਬਕ ਆਧੁਨਿਕ ਹਿੰਦੂ ਖਾੜਕੂ ਬਣ ਰਹੇ ਨੇ ਅਤੇ ਭਾਜਪਾ ਦਾ ਹਿੰਦੂਤਵ ਖਾੜਕੂਵਾਦ ਦੀ ਇਸ ਲਹਿਰ ਤੇ ਸਵਾਰ ਹੈ। ਹਿੰਦੂਤਵ ਹਿੰਦੂ ਧਰਮ ਨੂੰ ਪ੍ਰਮੁੱਖ ਧਰਮ ਬਣਾਉਣ ਦੇ ਚਾਹਵਾਨ ਹੋਣ ਨਾਲ ਦੂਜੇ ਧਰਮਾਂ ਨਾਲ ਟਕਰਾਅ ਅਟਲ ਹੋ ਜਾਂਦਾ ਹੈ, ਪਰ ਦੂਜੇ ਦੇਸ਼ ਹਿੰਦੂ ਭਾਰਤ ਪ੍ਰਤੀ ਆਪਣੀਆਂ ਨੀਤੀਆਂ ਨੂੰ ਆਧੁਨਿਕ ਧਰਮ ਨਿਰਪੱਖ ਭਾਰਤ ਨਾਲੋਂ ਵੱਖਰੇ ਢੰਗ ਦੇ ਨਾਲ ਤਿਆਰ ਕਰਨਗੇ। ਲੇਖਕ ਮੁਤਾਬਕ ਹਿੰਦੂਤਵ ਦੇ ਪੈਰੋਕਾਰ ਹਰ ਮੁਸਲਮਾਨ ਨੂੰ ਕੱਟੜ ਸਮਝਦੇ ਨੇ ਅਤੇ ਉਹ ਭਾਰਤ ਦੇ ਧਰਮ ਨਿਰਪੱਖ ਕਾਨੂੰਨ ਦੇ ਨਾਂ ਤੇ ਮੁਸਲਮਾਨਾਂ ਨੂੰ ਇੱਕ ਕੋਨੇ ਵਿੱਚ ਧੱਕਣ ਦੀ ਲੋੜ ਮਹਿਸੂਸ ਕਰਦੇ ਨੇ। ਹਿੰਦੂਤਵੀ ਜਨੂਨੀਆਂ ਨੂੰ ਧਰਮ ਨਿਰਪੱਖਤਾ ਦੀ ਸਮਾਨਤਾਵਾਦੀ ਭਾਵਨਾ ਵਿੱਚ ਓਨੀ ਦਿਲਚਸਪੀ ਨਹੀਂ ਹੈ ਜਿੰਨੀ ਦੇਸ਼ ਵਿੱਚ ਪ੍ਰਾਚੀਨ ਮੁਸਲਿਮ ਰਾਜਿਆਂ ਦੇ ਜ਼ੁਲਮ ਦਾ ਬਦਲਾ ਲੈਣ ਲਈ ਮੁਸਲਮਾਨਾਂ ਨੂੰ ਦਬਾਉਣ ਲਈ ਧਰਮ ਨਿਰਪੱਖ ਕਾਨੂੰਨ ਦੀ ਵਰਤੋਂ ਕਰਨ ਵਿੱਚ ਹੈ। ਬਦਲਾ ਲੈਣ ਦੀ ਭਾਵਨਾ ਜੋ ਹਿੰਦੂਤਵ ਦੀ ਭਾਵਨਾ ਨੂੰ ਦਰਸਾਉਂਦੀ ਹੈ, ਦੂਜੇ ਧਰਮ ਨਾਲ ਯੁੱਧ ਵਰਗੀ ਟਕਰਾਅ ਪੈਦਾ ਕਰਦੀ ਹੈ। ਖਾੜਕੂਵਾਦ ਹਿੰਦੂਤਵ ਦਾ ਮੁੱਖ ਤਖਤ ਹੈ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਆਪਣੇ ਆਪ ਨੂੰ ਦੂਰ ਨਹੀਂ ਕਰ ਸਕਦੇ। ਉਹ ਹਿੰਦੂ ਰਾਸ਼ਟਰ ਦੇ ਵਾਅਦੇ ਤੇ ਚੋਣਾਂ ਜਿੱਤ ਸਕਦੇ ਨੇ, ਜੋ ਹੁਣ ਘੱਟੋ-ਘੱਟ ਹਿੰਦੀ ਦੇ ਕੇਂਦਰ ਵਿੱਚ ਹਿੰਦੂ ਵੋਟਰਾਂ ਲਈ ਅਫੀਮ ਬਣ ਗਿਆ ਹੈ। ਨੂਪੁਰ ਸ਼ਰਮਾ ਫਿਰ ਕੋਈ ਫਿਰੰਜ ਤੱਤ ਨਹੀਂ ਹੈ। ਉਹ ਦਬਦਬਾ ਅਤੇ ਖਾੜਕੂ ਹਿੰਦੂਵਾਦ ਦੀ ਪੋਸਟਰ ਵੂਮੈਨ ਹੈ, ਜੋ ਬਹੁਗਿਣਤੀ ਹਿੰਦੂ ਵੋਟਰਾਂ ਦਾ ਨਵਾਂ ਰਾਜਨੀਤਿਕ ਸਿਧਾਂਤ ਬਣ ਚੁੱਕਿਆ ਹੈ। ਉਹ ਅੱਗੇ ਲਿਖਦਾ ਹੈ ਕਿ ਪੀਐਮ ਮੋਦੀ ਨੇ ਆਪਣੇ ਵਿਕਾਸ ਪ੍ਰੋਗਰਾਮਾਂ ਦੇ ਆਧਾਰ ਤੇ ਚੋਣਾਂ ਨਹੀਂ ਜਿੱਤੀਆਂ, ਨਾ ਹੀ ਗੁਜਰਾਤ ਵਿੱਚ ਮੁੱਖ ਮੰਤਰੀ ਵਜੋਂ ਅਤੇ ਨਾ ਹੀ ਪ੍ਰਧਾਨ ਮੰਤਰੀ ਵਜੋਂ ਲੋਕ ਸਭਾ ਵਿੱਚ, ਅਤੇ ਇਸ ਤਰ੍ਹਾਂ ਉਹ ਖਾੜਕੂ ਹਿੰਦੂਤਵ ਦੇ ਡੰਕੇ ਤੋਂ ਬਿਨਾਂ ਚੋਣ ਜਿੱਤਣ ਦਾ ਸਵਾਦ ਲੈਣ ਦੀ ਉਮੀਦ ਨਹੀਂ ਕਰ ਸਕਦਾ। ਪਰ ਮੌਜੂਦਾ ਸਥਿਤੀ ਵਿੱਚ ਕਿਰਕਰੀ ਭਾਰਤ ਦੀ ਹੋ ਰਹੀ ਹੈ। ਤੇਲੰਗਾਨਾ ਦੇ ਸੀਐਮ ਕੇਟੀ ਰਾਮ ਰਾਓ ਦਾ ਕਹਿਣਾ ਹੈ ਕਿ ਬੀਜੇਪੀ ਵਾਲੇ
ਵਾਲਿਆਂ ਦੀ ਹੇਟ ਸਪੀਚ ਲਈ ਮਾਫੀ ਭਾਰਤ ਕਿਉਂ ਮੰਗੇ। ਸੀਐਮ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤ ਕੌਮਾਂਤਰੀ ਭਾਈਚਾਰੇ ਤੋਂ ਮਾਫੀ ਕਿਉਂ ਮੰਗਣ। ਬੀਜੇਪੀ ਮਾਫੀ ਮੰਗੇ ਨਾ ਕਿ ਭਾਰਤ। ਮੁਲਕ ਵਿੱਚ ਜ਼ਹਿਰ ਘੋਲਣ ਲਈ ਤੁਹਾਡੀ ਪਾਰਟੀ ਬੀਜੇਪੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।